अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਤੇ ਕਿਸਾਨ ਵੀਰ ਭਰਾਓ, ਮੂੰਜੀ ਦਾ ਸੀਜ਼ਨ ਅਰੂਜ ਤੇ ਹੈ, ਕਟਾਈਆਂ ਹੋ ਰਹੀਆਂ ਨੇ ਹਰ ਪਾਸੇ। ਤੇ ਸਾਡੇ ਨਾਲ ਵੀ ਕਿਸਾਨ ਭਾਈ ਮੌਜੂਦ ਨੇ। ਸਾਡੇ ਪਿੰਡ ਦਾ ਨੰਬਰਦਾਰ ਹੈ ਮੀਆਂ ਨਵਾਜ਼ ਬੱਟੂ ਸਾਹਿਬ, ਤੇ ਉਹਨਾਂ ਦੀ ਹੁੰਦੀ ਪਈ ਕਟਾਈ। ਤੇ ਅੱਜ ਉਹਨਾਂ ਨਾਲ ਗੱਲਬਾਤ ਕਰਨੀ ਹੈ ਮਹਿੰਗਾਈ ਦੇ ਬਾਰੇ ਤੇ ਮੂੰਜੀ ਦੇ ਰੇਟਾਂ ਦੇ ਬਾਰੇ। ਜੀ अस्सलाम वालेकुम हसन भाई। वालेकुम सलाम। ਕੀ ਹਾਲ ਚਾਲ ਹੈ? ਠੀਕ ਹੈ। ਤੇ ਸਾਡੇ ਕਿਸਾਨ ਵੀਰ ਭਰਾਵਾਂ ਨੂੰ ਪਹਿਲੇ ਤਾਂ ਦੱਸੋ ਵੀ ਝਾੜ ਦੇ ਬਾਰੇ, ਵੀ ਝਾੜ ਕਿੰਨਾ ਕੁ ਨਿਕਲਦਾ ਪਿਆ ਤੇ ਯਕਦਮ ਠੇਕੇ ਕਿਸ ਤਰੀਕੇ ਵੱਧ ਗਏ ਨੇ, ਇਹ ਗੱਲਾਂ ਦੱਸੋ ਤੇ ਫਿਰ ਆਪਾਂ ਰੇਟ ਦੇ ਬਾਰੇ ਗੱਲ ਕਰਾਂਗੇ। ਜੀ ਭਾਈ ਮੁਹੰਮਦ ਅਫਜ਼ਲ, ਸ਼ੁਕਰੀਆ, ਮਿਹਰਬਾਨੀ। ਤੁਸੀਂ ਭਾਈ ਨੇ ਤੁਸੀਂ ਤਸ਼ਰੀਫ ਲਿਆਏ ਨੇ ਤੇ ਸਾਡੀ ਆਵਾਜ਼ ਤੁਸੀਂ ਅੱਗੇ ਪਹੁੰਚਾਉਂਦੇ ਨੇ, ਤੁਹਾਡੀ ਸਭ ਤੋਂ ਪਹਿਲੇ ਤੇ ਤੁਹਾਡੀ ਮਿਹਰਬਾਨੀ, ਸ਼ੁਕਰੀਆ। ਦੂਸਰੀ ਗੱਲ ਭਾਈ ਜਾਨ, ਜਿਹੜੀ ਮਹਿੰਗਾਈ ਹੈ, ਮਹਿੰਗਾਈ ਤਾਂ ਸਾਰੇ ਜਾਨ ਨੂੰ ਪਤਾ, ਆਸਮਾਨ ਨਾਲ ਗੱਲਾਂ ਪੇ ਕਰਦੀ ਬੇਸ਼ੱਕ। ਸਿਰਫ ਔਰ ਸਿਰਫ ਜਿਹੜਾ ਦਾਈਆਂ ਦਾ ਰੇਟ ਹੈ ਇਹ ਪਹਿਲੇ 5051 ਹੈਗਾ ਸੀ ਤੇ ਜ਼ਿਮੀਦਾਰ ਵੀ ਖੁਸ਼ ਆ ਵੀ ਉਹਨੂੰ ਮਾਰਕੀਟ ਖਾਦ ਮਿਲਦੀ ਪਈ। ਅਗਰ 4200 ਨੂੰ ਯੂਰੀਆ ਤੇ ਉਹਦੇ ਦਾਈ ਵੀ 5000 ਨੂੰ ਵਿਕਦੇ ਪਏ। ਜਿਹੜੀ ਹੁਣ ਹੈ ਇਹ ਦਾਈ ਜਨਾਬ ਉਸ ਦੇ ਰਹੇ ਨੇ ਜਿਹੜੇ ਅਸੀਂ ਕੱਟਦੇ ਪਏ 40 ਤੋਂ 45 ਮਣ, 40-45 ਮਤਲਬ ਔਸਤ ਘਟ ਗਈ। ਔਸਤ ਘਟ ਗਈ। ਨਾਲ ਜਨਾਬ ਇਹ ਹੈ ਵੀ ਇਹਦਾ ਜਿਹੜਾ ਰੇਟ ਹੈ ਉਹ 3500 ਤੋਂ 3800 ਤੱਕ 1509 ਦਾ ਰੇਟ ਆ ਰਹੀ ਹੈ। ਇਹਦੇ ਨਾਲ ਜ਼ਿਮੀਦਾਰ ਦਾ ਤਾਂ ਠੇਕਾ ਵੇਖੋ ਨਾ ਜੀ, ਮੈਂ ਤਾਂ ਮਾਲਕ ਹਾਂ, ਲੇਕਿਨ ਜਿਹੜਾ ਬੰਦਾ 2 ਲੱਖ ਨੂੰ ਠੇਕਾ, 2 ਲੱਖ ਦੇ ਸਿਰ ਤੇ ਠੇਕਾ ਖੜਾ ਹੈ, ਉਹ ਠੇਕਾ ਭਰੇਗਾ ਕਿ ਉਹ ਮਾਲਕ ਨੂੰ ਦੇਵੇਗਾ ਕਿ ਆਦੇ ਖਰਚੇ 'ਚ ਆਵੇਗਾ। ਇਹ ਸਰ ਬੜੀ ਜਿਹੜਿਆ ਨਾ ਮਹਿੰਗਾਈ ਹੈ। ਤੇ ਦਾਈਆਂ ਦਾ ਰੇਟ 52-55 ਜੋ ਪਹਿਲੇ ਵਿਕਦੇ ਰਹੇ ਨੇ, ਹੁਣ ਇਹਨਾਂ ਨੂੰ ਕੀ ਹੋ ਗਿਆ, ਸਿਰਫ ਮਾਫੀਆ ਜਿਹੜੀ ਹੈ ਉਹਨਾਂ ਦਾ ਇਹ ਪੈਸੇ ਦੀ ਮੀਟਿੰਗ ਹੋ ਗਈ ਹੈ ਵੀ ਆਪਾਂ ਦਾਈ ਰੇਟ ਤੋੜ ਦਿਓ। ਉਹਨਾਂ ਆਦੇ ਪੇਟ ਭਰ ਲੈਣ, ਹੁਣ ਉਹਨਾਂ ਰੇਟ ਗਿਰਾ ਦਿੱਤਾ ਹੈ। ਜਿੱਲੇ ਉਹ ਜਨਾਬ ਚਾਵਲ ਬਣਾ ਤੇ ਕਿ ਸੇਲ ਮਹਿੰਗਾ ਕਰ ਲੈ ਸਨ, ਫਿਰ ਉਹਨਾਂ ਸਾਡੇ ਕੋਲ ਇਹ ਦਾਈ ਲੈਣਾ ਸ਼ੁਰੂ ਕਰਨਾ। ਉੱਦਾਂ ਜੇ ਸਾਡੇ ਕੋਲ ਰੱਖਾ ਹੀ ਨਹੀਂ ਜਾਣਾ, ਕਿਉਂਕਿ ਸਾਡੀ ਅਗਰ ਅਸੀਂ ਗੰਦਮ ਕਾਸ਼ਤ ਕਰਨੀ, ਆਲੂ ਕਾਸ਼ਤ ਕਰਨੇ ਹੈ। ਜਿਸ ਤਰ੍ਹਾਂ ਕਹਿ ਰਹੇ ਨੇ ਨੰਬਰਦਾਰ ਸਾਹਿਬ ਕਿ 51-5200 ਤੋਂ, ਲੇਕਿਨ ਕੁਝ ਦਿਨਾਂ ਵਿੱਚ 5500 ਤੱਕ ਵੀ ਗਏ ਨੇ। ਦੇਖ ਰਹੇ ਨੇ 3200 ਵਾਲੀ ਜਿਹੜੀ ਖਾਦ ਹੈ ਉਹ 4500-4400 ਨੂੰ ਲੱਭਦੀ ਵੀ ਬੋਰੀ। ਉਹਦਾ ਤਾਂ ਕੋਈ ਚੈੱਕ ਐਂਡ ਬੈਲੈਂਸ ਕੋਈ ਨਹੀਂ ਹੈਗਾ। ਤੇ ਸਾਰਾ ਚੈੱਕ ਐਂਡ ਬੈਲੈਂਸ ਜ਼ਮੀਂਦਾਰ ਤੇ ਜ਼ਮੀਂਦਾਰਾਂ ਦੀ ਫਸਲਾਂ ਤੇ ਹੈਗੀਆਂ ਨੇ। ਹੁਣ ਤੁਸੀਂ ਅੰਦਾਜ਼ਾ ਲਗਾਓ ਵੀ ਖੁਦਾ ਨਾ ਖਾਸਤਾ ਅਗਰ ਕੋਈ ਜ਼ਮੀਂਦਾਰ ਅੱਜ ਜਿਵੇਂ ਪਿੱਛੇ ਪਰਾਲੀ ਜੀ ਹੋਈ ਪਈ ਇਕੱਠੀ, ਇਹ ਤੇ ਆਲੂ ਲਾਉਣੇ ਨੇ, ਫਿਰ ਅਗਰ ਅਸੀਂ ਇਹਨੂੰ ਅੱਗ ਹੀ ਲਾ ਦਿੰਦੇ ਹਾਂ ਤੇ ਉਹ ਦਫਾ 44 ਸਾਡੇ ਤੇ ਨਾਫਜ਼ ਹੋ ਗਈ ਹੈ। ਤੇ ACDC ਤੇ ਪੁਲਿਸ ਜਨਾਬ ਯਕਦਮ ਛਾਪੇ ਮਾਰਦੇ ਨੇ ਤੇ ਪਰਚਾ ਦਰਜ ਹੈ। ਉਹ ਜਿਹੜੇ ਖਾਦ ਵੇਚਣ ਵਾਲਾ ਮਾਫੀਆ ਹੈ ਉਹਨਾਂ ਨੂੰ ਕੋਈ ਪੁੱਛਦਾ ਦੱਸਦਾ ਨਹੀਂ। ਇਹਦੀ ਨਹੀਂ ਮੈਨੂੰ ਸਮਝ ਆਈ। ਇੱਥੇ ਬਿਲਕੁਲ ਪਰਾਲੀ ਨੂੰ ਅੱਗ ਲਾਓ ਤਾਂ ਬੰਦਾ ਫਗੜੀ 'ਚ ਗਿਆ, ਫੌਰੀ ਐਕਸ਼ਨ, ਫੌਰੀ ਐਕਸ਼ਨ। ਤੇ ਜਿਹੜਾ ਖਾਦ ਮਹਿੰਗੀ ਕੀਤੀ ਬੈਠਾ ਉਹਦੇ ਤੇ ਐਕਸ਼ਨ ਹੀ ਕੋਈ ਨਹੀਂ। ਐਕਸ਼ਨ ਇਹ ਜਨਾਬ ਨਿਗਰਾਨ ਹਕੂਮਤ ਅੱਗੇ ਮੇਰੀ ਰਿਕੁਐਸਟ ਹੈ ਵੀ ਜਿਹੜੇ ਮੌਜੂਦਾ ਹਕੂਮਤ ਜਿਹੜੇ ਕਰ ਗਏ, ਨੂਨ ਲੀਕੀਏ ਜਾਂ ਪੀਪਲ ਦੂਜੇ ਕੋਈ ਵੀ ਪਾਰਟੀ ਹੈ, ਉਹਨਾਂ ਦੇ ਇਸ ਚੀਜ਼ ਮਨੇ ਧਿਆਨ ਨਹੀਂ ਹੈਗਾ। ਨਾ ਖਾਦ ਤੇ ਕੰਟਰੋਲ ਕਰ ਸਕਣ, ਨਾ ਬਿਜਲੀ ਤੇ ਕੰਟਰੋਲ ਕਰ ਸਕਣ, ਲੇਕਿਨ ਜ਼ਿਮੀਦਾਰ ਤੇ ਕੰਟਰੋਲ ਇਹਨਾਂ ਦਾ ਸਭ ਤੋਂ ਅੱਗੇ। ਜ਼ਿਮੀਦਾਰ ਬਿਲਕੁਲ ਬਹੁਤ ਤੰਗ ਆ ਚੁੱਕਾ ਹੈ ਤੇ ਤੰਗ ਆਇਆ ਜੰਗ ਕਰੇਗਾ। ਤੇ ਇਹ ਫਿਰ ਸਿੱਖਾਂ ਤਰ੍ਹਾਂ ਜਿਵੇਂ ਸਿੱਖਾਂ ਨੇ ਆਦੀ ਮਤਲਬ ਇਤਜਾਜ ਉਹਨਾਂ ਦੀ ਯੂਨੀਅਨ ਬੜੀ ਤਕੜੀ ਹੈ। ਉਹਨਾਂ ਆਪਣੇ ਨਾ ਹੱਕ ਜਿਹੜਾ ਨਾ ਦਿੱਲੀ ਤੱਕ ਉਹਨਾਂ ਮਤਲਬ ਮਾਰਚ ਕੀਤਾ। ਤੇ ਇਹ ਸਾਨੂੰ ਇਹ ਬਿਲਕੁਲ ਸਾਨੂੰ ਕਿਸਾਨ ਤਾਦ ਵਾਲਿਆਂ ਨਾਲ ਮਿਲ ਤੇ ਉਹਨਾਂ ਦਾ ਨਾਲ ਸ਼ਾਮਲ ਹੋ ਤੇ ਸਾਨੂੰ ਇਹ ਤਾਦ ਕਰਨਾ ਚਾਹੀਦਾ ਹੈ। ਭਾਈ ਮੁਹੰਮਦ ਅਫਜ਼ਲ, ਮੈਨੂੰ ਇੱਕ ਹੋਰ ਯਾਦ ਆ ਗਿਆ ਵੀ ਜਿਹੜਾ ਹੈ ਨਾ ਹੁਣ ਕੰਦਮ ਆਪਾਂ ਕੱਟੀ ਦਾਈ ਲਾਇਆ ਹੈ, ਕਿਲੇ ਗੰਦਮ ਦੀ ਵਾਰੀ ਆਈ ਹੈ। ਮਤਲਬ ਹਾਂਜੀ, ਜਦੋਂ ਗੰਦਮ ਕਟੀਜੀ ਹੈ, ਵਿਸਾਖ ਆਉਂਦਾ, ਗੰਦਮ ਕੱਟਨੇ ਆਪਾਂ ਉਲੇ ਤੇ ਜਨਾਬ ਕਿਹੜੀ ਗੰਦਮ ਅਸੀਂ ਰੱਖਾਂਗੇ, ਫੂਡ ਇੰਸਪੈਕਟਰ ਆ ਜਾਸੀ ਨਾਲ, ਉਹਦੇ ਅਮਲਾ ਆ ਜਾਸੀ, ਗੰਦਮ ਜੀ ਤੁਸੀਂ 25 ਮਣ ਰੱਖ ਲਓ, ਬਾਕੀ ਸੈਂਟਰ ਤੇ ਦਿਓ। ਉਹ ਤਾਂ ਅਸੀਂ ਜਨਾਬ ਸੋਟਿਆਂ ਨਾਲ ਸਾਡੇ ਕੋਲ ਲੈ ਜਾਂਦੇ ਨੇ, ਰੱਖੋ ਬੀਜ ਜੋਗੀ ਵੀ ਨਹੀਂ ਘਰੀ ਛੱਡਦੇ, ਬੀਜ ਜੋਗੀ ਵੀ ਨਹੀਂ, ਹੁਣ ਬੀਜ ਵੀ ਮੁੱਲ ਲੈਣਾ ਪੈਸੀ ਦਾ। ਤੇ ਉਹ ਉਹਦੇ ਤੇ ਐਕਸ਼ਨ ਜ਼ਿਮੀਦਾਰ ਤੇ ਐਕਸ਼ਨ ਫੌਰਨ ਹੈ। ਖਾਦ 3200 ਤੋਂ 4500 ਤੇ ਹੋ ਗਈ, ਉਹਦਾ ਕੋਈ ਐਕਸ਼ਨ ਨਹੀਂ। DAP ਜਿਹੜੀ ਹੈ ਉਹ 8-7 ਤੋਂ ਲੈ ਤੇ ਉਹ ਹੋ ਗਈ 12-14 ਤੇ, ਉਹਦਾ ਕੋਈ ਐਕਸ਼ਨ ਨਹੀਂ। ਇਸ ਵਾਸਤੇ ਮੇਰੀ ਰਿਕੁਐਸਟ ਹੈ, ਅੱਲਾ ਅਫਸਰਾਂ ਅੱਗੇ ਸਾਡੀ ਰਿਕੁਐਸਟ ਹੋ ਸਕਦੀ ਹੈ ਕਿ ਅੱਲਾ ਨੇ ਤੁਹਾਨੂੰ ਅਹੁਦਿਆਂ ਤੇ ਪਾਇਆ, ਤੁਸੀਂ ਅਫਸਰ ਨੇ ਤੇ ਇਹ ਅੱਲਾ ਦੀ ਮਖਲੂਕ ਹੈ। ਅਗਰ ਅੱਲਾ ਦੀ ਮਖਲੂਕ ਨਾਲ ਪਿਆਰ ਕਰੋਗੇ ਤੇ ਅੱਲਾ ਤੁਹਾਡੀਆਂ ਆਸਾਨੀਆਂ ਪੈਦਾ ਕਰੇਗਾ। ਅਗਰ ਤੁਸੀਂ ਅੱਲਾ ਦੀ ਮਖਲੂਕ ਨੂੰ ਤੰਗ ਕਰੋਗੇ, ਜ਼ਿਮੀਦਾਰ ਤੇ ਪ੍ਰੈਸ਼ਰ ਪਾਓਗੇ, ਉਹਨੂੰ ਜ਼ਲੀਲੋ ਖੁਆਰ ਕਰੋਗੇ, ਇਨਸ਼ਾਅੱਲਾ ਤੁਸੀਂ ਵੀ ਜ਼ਲੀਲੋ ਖੁਆਰ ਹੋਵੋਗੇ। ਇਹ ਗੱਲ ਮੇਰੀ ਪੱਲੇ ਬੰਨ ਲਓ। ਇਹਦੀ ਸਜ਼ਾ ਤੁਸੀਂ ਵੀਡੀਓ 'ਚ ਪਹਿਲੇ 4 ਦਿਨ ਪਹਿਲੇ ਇੱਕ ਵੀਡੀਓ ਆਈ ਹੈ, ਉਹਦੇ ਵਿੱਚ ਇੱਕ ਬੰਦੇ ਨੇ ਬਹੁਤ ਵੱਡਾ ਅਫਸਰ ਹੈ, ਉਹਨੇ ਜ਼ੁਲਮ ਕੀਤਾ ਹੈ ਔਰ ਉਹਦੇ ਇਹ ਸੰਨ 'ਚ ਕੀੜੇ ਪੈ ਗਏ ਨੇ, ਉਹ ਸਾਫ਼ ਕਰਦੇ ਨੇ, ਉਹ ਕੀੜੇ ਉਹਦੇ ਜਨਾਬ ਖਤਮ ਹੀ ਨਹੀਂ ਹੁੰਦੇ ਔਰ ਉਹਨੂੰ ਜ਼ਹਿਰ ਦਾ 8 ਵਾਰੀ ਟੀਕਾ ਲਾਇਆ ਨੇ, ਬੰਦਾ ਮਰਿਆ ਨਹੀਂ। ਅੱਲਾ ਦੇ ਅਜ਼ਾਬ ਤੋਂ ਡਰੋ। ਆਲਾ ਅਫਸਰਾਨ, ਮੈਂ ਤੁਹਾਡੇ ਅੱਗੇ ਰਿਕੁਐਸਟ ਹੈ
ਤੁਹਾਡੇ ਨਾਲ ਮੈਂ ਸਿੱਧਾ ਡਾਇਰੈਕਟ ਤੁਹਾਨੂੰ ਹੁਕਮ ਅਰਜ਼ ਕਰਦਾ ਪਿਆ ਕਿ ਮਿਹਰਬਾਨੀ ਕਰੋ, ਇਹ ਜ਼ਿਮੀਦਾਰਾਂ ਤੇ ਆਸਾਨ ਕਰੋ, ਇਹਨਾਂ ਤੇ ਮਿਹਰਬਾਨੀ ਕਰੋ। ਇਹ ਅੱਲਾ ਦੇ ਬਣਾਏ ਹੋਏ ਬੰਦੇ ਨੇ, ਉੱਤੋਂ ਨਹੀਂ ਆਏ। ਤੇ ਮਿਹਰਬਾਨੀ ਤੇ ਸਾਡੇ ਜ਼ਿਮੀਦਾਰ ਦਾ ਇਤਜਾਜ ਜਿਸ ਦਿਨ ਸ਼ੁਰੂ ਹੋ ਗਿਆ, ਕਿਸਾਨ ਬਾਹਰ ਸੜਕਾਂ ਤੇ ਆ ਗਿਆ, ਫਿਰ ਕੋਈ ਚੀਜ਼ ਨਹੀਂ ਬਚੇਗੀ इंशाल्लाह जी। बिल्कुल तैयार फरमाया। तो किसान वीर भराओ, अहमद भाई ने आगाह कर दिता है सारे इदारे एक तरह का, हुकूमत नूं भी, ते क्योंकि किसान का मसला जिहड़ा है ना, इहनूं कन्नां दे मुद्दे नहीं लगावना, इहनूं दिमाग दे विच पावना है। खाद का मसला, दूसरा डीजल का मसला। हुण डीजल वेखो ना 300 ਨੂੰ क्रॉस 319 रुपये होया पिया है। ਜਦੋਂ ਵੱਧਦਾ ਹੈ ਉਹ 25-30 ਰੁਪਏ ਲੀਟਰ ਮਗਰੋਂ ਵੱਧ ਜਾਂਦਾ ਹੈ, ਤੇ ਜਦੋਂ ਘਟਦਾ ਹੈ 5-7 ਰੁਪਏ ਘਟ ਜਾਂਦਾ ਹੈ। ਸਮਝ ਬਾਹਰ ਹੋ ਗਈ। ਇਹ ਬੰਦਾ ਲਾਲਚ ਹੋਣਾ ਇਹਨਾਂ ਹੁਣ 350 ਤੇ ਕਰਨਾ ਹੈ, ਤਾਂ ਇਹਨਾਂ 8 ਰੁਪਏ ਘਟਾਇਆ ਹੈ ਵੀ ਅਗਲੀ ਵਾਰੀ 350 ਕਰ ਦੇਸਾਂ, ਮੁੜ ਕੁਦਾ ਘਟਾ ਲੈਸਾਂ। ਇਹਨਾਂ ਬਾਈ ਜੀ ਕਰੇ ਕਿੱਥੇ ਪਹੁੰਚਾਵਣੀ ਗੱਲ। ਇਹ ਹਰ ਚੀਜ਼ ਸੋਲਰ ਤੇ ਆ ਜਾਣੀ ਹੈ। ਚਲੋ ਜੀ ਅੱਲਾ ਕੀ ਸੋਲਰ ਤੇ ਵੀ ਆਵੇ, ਲੇਕਿਨ ਤੁਸੀਂ ਅੰਦਾਜ਼ਾ ਲਗਾਓ ਵੀ ਜਦੋਂ ਤੁਹਾਡੀ ਜੇਬ ਤੋਂ ਕੰਮ ਵੱਧ ਜਾਣਾ ਹੈ। ਅੱਛਾ ਜੀ ਖਾਣਾ ਖਾਓਗੇ ਭਾਈ ਜੀ, ਤੁਹਾਡੀ ਗੱਲ ਕੱਟਦਾ ਪਿਆ, ਮੇਰੀ ਹੈ, ਮੈਨੂੰ ਗੱਲ ਯਾਦ ਆ ਗਈ। ਕਰੋ ਜੀ ਕਰੋ। ਭਾਈ ਜਾਨ, ਮੇਰੀ ਸਾਰੇ ਕਿਸਾਨਾਂ ਨੂੰ ਹੱਥ ਬੰਨ੍ਹ ਤੇ ਅਰਜ਼ ਹੈ, ਮੈਂ ਤੁਹਾਨੂੰ ਇਹ ਮਿਹਨਤ ਕਰਦਾ ਪਿਆ ਵੀ ਡੀਏਪੀ ਨਾਲ ਖੁਦਾ ਦਾ ਨਾਂ ਜੰਗ ਸ਼ੁਰੂ ਕਰ ਦਿਓ। ਅਗਰ ਫਰਜ਼ ਕਰੋ ਆਪਾਂ 1 ਕਿੱਲੇ ਵਿੱਚ ਡੀਏਪੀ ਨਹੀਂ ਪਾਣੇ, ਉਹ ਆਪਣਾ ਕਿੱਲਾ ਜੜੇਗਾ, ਸਿਰਫ ਤੋਂ ਸਿਰਫ ਫਰਕ ਪਿਆਗਾ ਤਾਂ 45 ਮਣ 40 ਮਣ ਬਗੈਰ ਡੀਏਪੀ ਤੋਂ। ਜਿਹੜਾ ਡੀਏਪੀ ਵਾਲਾ ਹੋਇਆ ਉਹ 50-55, ਸਿਰਫ 10 ਮਣ ਦਾ ਫਰਕ ਹੈ। ਤੇ ਕਰੀ ਆਪਾਂ ਤਾਂ 10 ਮਣ ਬਰਦਾਸ਼ਤ ਕਰ ਲੈਸਾ ਹੈ। ਡੀਏਪੀ ਵਾਲਿਆਂ ਨੂੰ ਸੋਰ ਆਣੀ ਚਾਹੀਦੀ ਹੈ। ਜਿਹੜਾ ਸਟਾਕ ਕਰ ਦੇਣ ਤੇ ਮਹਿੰਗੀ ਵੇਚ ਦੇਣ। ਮੇਰੀ ਜ਼ਿਮੀਦਾਰ ਆ ਕੇ ਰੁਕਾ ਇਸ ਤੇ ਡੀਏਪੀ ਪਾਓ ਹੀ ਨਾ ਵੀ ਪਾਈ ਤਾਂ ਆਪਣੀ 40 ਮਣ ਕਣਕ ਜੜ ਜਾਣਾ। ਜੇ ਪਾਈ ਚ ਤਾਂ 50 ਜੜ ਜਾਸੀ। ਤੇ ਕਿਉਂ ਆਪਾਂ ਇਹਨਾਂ ਨੂੰ 14,000 ਵਟਵਾਈਏ? ਇਹਨਾਂ ਨੂੰ ਇਹ ਡੀਏਪੀ ਨਾ ਆਪਾਂ ਖਰੀਦਾਂਗੇ, ਅਗਲੇ ਸਾਲ ਹੀ ਉਹ ਡੀਏਪੀ ਆਪਾਂ ਨੂੰ 5,000 ਦੀ ਬੋਰੀ ਨਾ ਦੇਵਣ ਤਾਂ ਮੈਂ ਲਿਖ ਦੇਣਾ ਸਾਫ ਜ਼ਾਹਿਰ। ਇਹ ਵੀ ਮੈਂ ਭਾਈ ਅਫਜ਼ਲ ਇਸ ਕਲਿੱਪ ਨੂੰ ਵੀ ਚਲਾਉਣਾ ਹੈ। ਤੇ ਦੋਸਤੋ ਆਓ ਹੁਣ ਤੁਹਾਨੂੰ ਵਿਖਾਈਏ ਮੂੰਜੀ ਦੀ ਮੌਜੂਦਾ ਪੋਜੀਸ਼ਨ। ਬਿਲਕੁਲ ਪੱਕ ਤੇ ਤਿਆਰ ਹੋਈ ਵੀ ਤਾਂ ਵੇਖਦੇ ਡਿੱਗਦੀ ਪਈ ਹੈ, ਕੱਚ ਇਹਦੇ ਵਿੱਚ ਕੋਈ ਨਹੀਂ ਹੈਗਾ। ਇਹ ਜ਼ਰਾ ਚੈੱਕ ਕਰ ਲਓ। ਤੇ ਮਸ਼ੀਨ ਹੈ 132 ਤੇ ਮੁੱਢੂ ਕੱਢਦੀ ਪਈ ਹੈ, ਇਹ ਚੈੱਕ ਕਰ ਲਓ। ਲੇਕਿਨ ਝਾੜ ਵੀ ਘੱਟ ਹੈ ਤੇ ਰੇਟ ਵੀ ਘੱਟ ਹੈ। ਇਹ ਜ਼ੁਲਮ ਹੈ ਜਨਾਬ ਜ਼ਮੀਂਦਾਰਾਂ ਨਾਲ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ, ਜਿਹੜਾ ਚਾਵਲ ਹੈ ਅਗਰ ਤੁਸੀਂ ਖਰੀਦਾਰੀ ਕਰਦੇ ਹੋ ਮੰਡੀ ਚੋਂ ਜਾਂ ਬਾਜ਼ਾਰੋਂ, ਤੇ ਚਾਵਲ ਦਾ ਰੇਟ 1 ਰੁਪਈਆ ਵੀ ਨਹੀਂ ਘਟਿਆ। ਚਾਵਲ ਤੁਹਾਨੂੰ ਉੱਥੇ ਹੀ ਲੱਭੇਗਾ ਮਹਿੰਗਾ, ਜਿਹੜਾ ਅੱਜ ਤੋਂ 2 ਮਹੀਨੇ ਪਹਿਲੇ ਰੇਟ ਹੈਗਾ ਸੀ। ਬਹੁਤ ਹੀ ਕਮਾਲ ਤੇ ਵਧੀਆ ਦੀ ਡਰਾਈਵਿੰਗ ਹੈ, ਜ਼ਬਰਦਸਤ। ਜ਼ਬਰਦਸਤ ਜੀ। ਬਿਲਕੁਲ ਮੁੱਢੂ ਜਨਾਬ ਕੱਢੀ ਜਾਂਦੀ ਮਸ਼ੀਨ ਤੇ ਕਮਾਲ ਦੀ ਪਰਫਾਰਮੈਂਸ ਹੈ। ਤੇ ਮੂੰਜੀ ਪੱਕ ਕੇ ਡਿੱਗ ਚੁੱਕੀ ਹੈ, ਜਿਸ ਤਰ੍ਹਾਂ ਦੋਸਤੋ ਤੁਸੀਂ ਵੇਖਦੇ ਪਏ ਹੋ। ਤੇ ਦੋਸਤੋ ਜਦੋਂ ਝਾੜ ਘੱਟ ਆਉਂਦਾ ਹੈ ਉਦੋਂ ਜਨਾਬ ਨਾ ਮਾਰਕੀਟ ਵੀ ਡਿੱਗ ਪੈਂਦੀ ਹੈ। ਲੇਕਿਨ ਮਾਰਕੀਟ ਉਦੋਂ ਹੀ ਡਿੱਗਦੀ ਹੈ ਜਦੋਂ ਫਸਲ ਕਿਸਾਨ ਦੇ ਦਰਵਾਜ਼ੇ ਤੇ ਹੁੰਦੀ ਹੈ। ਤੇ ਜਦੋਂ ਕਿਸਾਨ ਕੋਲ ਇਹ ਫਸਲ ਚਲੀ ਜਾਂਦੀ ਹੈ ਮੰਡੀਆਂ 'ਚ ਜਾਂ ਸ਼ੈਲਰਾਂ ਤੇ ਜਾਂ ਮਿੱਲਾਂ ਵਿੱਚ, ਫਿਰ ਜਾ ਕੇ ਇਹਦਾ ਰੇਟ ਅਸਮਾਨ ਤੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਮੱਕੀ ਤੋਂ
ਲੈ ਲਓ ਮੱਕੀ ਦਾ ਰੇਟ ਜਿਹੜਾ ਅੱਜ ਤੋਂ ਪਿਛਾਂ ਚਲੇ ਜਾਈਏ 2-3 ਮਹੀਨੇ 4 ਜਦੋਂ ਬਾਰੀਆਂ ਮੱਕੀ ਉਤਰੀ ਸੀ ਉਸ ਵੇਲੇ 27-2800 ਹੈਗਾ ਸੀ। ਤੇ ਜਦੋਂ ਮਕਈ ਦੇ ਕੁਛ ਮਹੀਨੇ ਬਾਕੀ ਸਨ, ਕੋਈ 15-20 ਦਿਨ, ਉਸ ਵੇਲੇ 4000 ਹੈਗੀ ਸੀ। ਤੇ ਹੁਣ ਤੱਕ ਜਿਹੜਾ ਰੇਟ ਹੈ ਹੁਣ 1800-2000 ਹੋਇਆ ਪਿਆ ਹੈ। ਮਤਲਬ ਸਾਰਾ ਕਸੂਰ ਆਵਾਮ ਦਾ ਹੀ ਹੈ ਤੇ ਕਿਸਾਨਾਂ ਦਾ। ਲੇਕਿਨ ਇਹ ਮਾਫੀਆ ਬਹੁਤ ਤਕੜਾ ਹੈ। ਇਸ ਮਾਫੀਏ ਨੇ ਯਕੀਨ ਮੰਨੋ ਪਕੜ ਲਿਆ ਕਿਸਾਨਾਂ ਨੂੰ। ਜਿਸ ਤਰੀਕੇ ਕਿਸਾਨ ਮਿਹਨਤ ਕਰਦਾ ਹੈ ਤੇ ਕਿਸਾਨ ਤੇ ਜ਼ਰਾਅਤ ਮਈਸ਼ਤ ਦੀ ਰੀੜ੍ਹ ਦੀ ਹੱਡੀ ਹੈ। ਲੇਕਿਨ ਇਹ ਹਕੂਮਤ ਜਾਂ ਜਿੰਨੀਆਂ ਵੀ ਹਕੂਮਤਾਂ ਆਈਆਂ ਨੇ ਇਹ ਵੀ ਹੱਡੀ ਇਹਨੂੰ ਤੋੜਨ ਤੇ ਆ ਗਏ ਇਹਨੂੰ ਕਿ ਨਾ ਰਹੇਗਾ ਕਿਸਾਨ ਤੇ ਨਾ ਰਹੇਗੀ ਜ਼ਰਾਅਤ। ਤੇ ਲਵਾਰਡਾ ਹੈ 132 ਤੇ बेहतरीन कटिंग बहुत ही कमाल की परफॉर्मेंस। तो हुण मैं अपने वीर भरावां तो लेना इजाजत। तुहाडा भरा मियां मोहम्मद अफजल बट्टू। अल्लाह हाफिज़। पाकिस्तान जिंदाबाद।